ਸ੍ਰੀ ਜਪਜੀ ਸਾਹਿਬ ਦੀ ਮਹਾਤਮ। ਜੋ ਇਸ ਬਾਣੀ ਦਾ ਕਰਤਾ ਹੈ ਉਹ ਹੈ ਸ੍ਰੀ ਅਕਾਲ ਪੁਰਖ ਵਾਹਿਗੁਰੂ ਆਪ ਸਵੈਨ। ਜਪਜੀ ਸਾਹਿਬ ਦਾ ਜੋ ਕਰਤਾ ਹੈ ਅਕਾਲ ਪੁਰਖ ਵਾਹਿਗੁਰੂ। ਇਸ ਤਰ੍ਹਾਂ ਹੈ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਸ ਬਾਣੀ ਦਾ ਵਰਣਨ ਕੀਤਾ ਹੈ, ਦਰਸਾਇਆ ਪੂਰੇ ਜਗਤ ਨੂੰ, ਪਰ ਜਿਨ੍ਹਾਂ ਨੇ ਇਹ ਉਚਾਰੀ ਹੈ ਉਹ ਆਪ ਸਵੈਨ ਅਕਾਲ ਪੁਰਖ ਵਾਹਿਗੁਰੂ ਹਨ। ਕਿਉਂਕਿ ਜੋ ਮਿਹਰਬਾਨ ਹੈ, ਮਿਹਰਬਾਨ ਜੀ ਦੀ ਜੋ ਸਾਖੀ ਹੈ ਉਹਦੇ ਵਿੱਚ ਲਿਖਿਆ ਗਿਆ ਕਿ ਇਹ ਜਪ ਕਰਤੇ ਪੁਰਖ ਕਾ ਗੁਰੂ ਨਾਨਕ ਕੀਆ ਬਖਾਨ। ਬਾਣੀ ਦਾ ਨਾਮ ਹੈ ਜਪ। ਕਹਿੰਦੇ ਇਹ ਜੋ ਜਪ ਬਾਣੀ ਹੈ ਇਹ ਕਰਤਾ ਪੁਰਖ ਦੀ ਉਚਾਰੀ ਹੈ। ਗੁਰੂ ਨਾਨਕ ਕੀਆ ਬਖਾਨ। ਕਹਿੰਦੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਫਿਰ ਕੀ ਕੀਤਾ, ਇਹ ਪੂਰੇ ਜਗਤ ਦੇ ਵਿੱਚ ਵਖਾਨ ਕੀਤਾ, ਭਾਵ ਵਰਤਾਇਆ, ਬੋਲਿਆ, ਬਾਣੀ ਉਚਾਰੀ ਜੋ ਅਕਾਲ ਪੁਰਖ ਵਾਹਿਗੁਰੂ ਜੀ ਦੀ ਹੈ। ਵੈਸੇ ਸੱਚੋ ਸੱਚ ਗੱਲ ਇਹ ਹੈ ਕਿ ਜੋ ਗੁਰਬਾਣੀ ਪੂਰੀ ਹੈ ਉਹ ਸਾਰੀ ਅਕਾਲ ਪੁਰਖ ਵਾਹਿਗੁਰੂ ਦੀ ਬਾਣੀ ਹੈ। ਪੂਰਾ ਇੱਕ ਓਂਕਾਰ ਤੋਂ ਲੈ ਕੇ 18 10 20 ਤੱਕ ਉਹ ਸੰਪੂਰਨ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਜੋ ਬਾਣੀ ਹੈ ਉਹ ਅਕਾਲ ਪੁਰਖ ਵਾਹਿਗੁਰੂ ਜੀ ਦੀ ਰਚੀ ਹੋਈ ਹੈ। ਕਿਉਂਕਿ ਮਹਾਰਾਜ ਨੇ ਇਹ ਵੀ ਬਚਨ ਲਿਖੇ ਨੇ ਗੁਰਬਾਣੀ ਦੇ ਵਿੱਚ ਕਿ ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ। ਕਿ ਜਿਵੇਂ ਮੈਨੂੰ ਅਕਾਲ ਪੁਰਖ ਵਾਹਿਗੁਰੂ ਦਰਗਾਹ ਅਕਾਲ ਪੁਰਖ ਵਾਹਿਗੁਰੂ ਪਾਸੋਂ ਬਾਣੀ ਆਉਂਦੀ ਆ, ਤੈਸੇ ਆਪਾਂ ਬਾਕੀ ਸੰਸਾਰ ਨੂੰ ਉਸ ਬਾਰੇ ਦੱਸਦੇ ਨੇ। ਉਹ ਬਾਣੀ ਆਪਾਂ ਨਾਲ ਦੀ ਨਾਲ ਰਚਦੇ ਨੇ, ਉਚਾਰਦੇ ਨੇ, ਅਤੇ ਉਹ ਸਾਨੂੰ ਇਸ ਵੇਲੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਉਹ ਬਾਣੀ ਦਰਜ ਹੋਈ ਹੈ। ਇਸ ਤਰ੍ਹਾਂ ਮਹਾਰਾਜ ਜੀ ਆਪਣੇ ਬਚਨ ਦਰਸਾਉਂਦੇ ਨੇ। ਸੋ ਜੋ ਜਪਜੀ ਸਾਹਿਬ ਹੈ ਇਹ ਸ਼੍ਰੋਮਣੀ ਬਾਣੀ ਮੰਨੀ ਗਈ। ਇਹ ਮੁੱਢਲੀ ਬਾਣੀ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ, ਮੁੱਢਲੀ ਬਾਣੀ ਹੈ। ਮੀਨਸ ਕਿ ਇਹ ਜੋ ਗੁਰਬਾਣੀ ਦਾ ਇੱਕ ਰੂਟ ਹੈ ਕਿ ਗੁਰਬਾਣੀ ਇਸ ਦੇ ਵਿੱਚੋਂ, ਜੇ ਤੁਸੀਂ ਕਹੋ ਕਿ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਨਿਚੋੜ ਕੀ ਹੈ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਨਿਚੋੜ ਜਪਜੀ ਸਾਹਿਬ ਦੀ ਬਾਣੀ ਹੈ। ਇਸ ਨੂੰ ਜਪ ਜੀ ਸਾਹਿਬ, ਇਹ ਜੋ ਵੈਸੇ ਬਾਣੀ ਦਾ ਨਾਮ ਹੈ ਉਹ ਜਪ ਹੈ। ਜਪ ਪੋਲਾ ਬੋਲਣਾ, ਜਪ ਜੀ ਸਤਿਕਾਰਯੋਗ ਰਾਹੀਂ ਆਪਾਂ ਬੋਲਦੇ ਹਾਂ ਜੀ। ਜਿਵੇਂ ਆਪਾਂ ਕਿਸੇ ਨੂੰ ਬੋਲਦੇ ਹਾਂ ਫਲਾਨਾ ਸਿੰਘ ਜੀ, ਹਾਂਜੀ, ਜੀ ਸਤਿਕਾਰਯੋਗ ਵਾਸਤੇ ਲਈ ਆਪਾਂ ਬੋਲਦੇ ਹਾਂ। ਇਸ ਕਰਕੇ ਜਪ ਨੂੰ ਆਪਾਂ ਆਮ ਤਾਂ ਆਪਾਂ ਜਪ ਜੀ ਇਕੱਠਾ ਹੀ ਬੋਲਦੇ ਹਾਂ। ਜਪ ਅਤੇ ਜੀ ਮੇਰਾ ਕਹਿਣ ਦਾ ਭਾਵ ਇਹ ਅਲੱਗ ਹੈ। ਕੁਝ ਗ੍ਰੰਥਾਂ ਦੇ ਵਿੱਚ ਇਸ ਨੂੰ ਜਪ ਨਿਸ਼ਾਨ ਵੀ ਕਿਹਾ, ਠੀਕ ਆ। ਪੁਰਾਤਨ ਸ਼ਬਦ ਜਪ ਨਿਸ਼ਾਨ, ਬਾਣੀ ਦਾ ਨਾਮ ਹੈ ਜਪ। ਸੋ ਇਸੇ ਤਰ੍ਹਾਂ ਕੋਈ ਕਹੇਗਾ ਕਿ ਜਪ ਜੀ ਸਾਹਿਬ ਦਾ ਨਿਚੋੜ ਕੀ ਹੈ, ਉਸ ਦਾ ਨਿਚੋੜ ਹੈ ਮੂਲ ਮੰਤਰ। ਜੋ ਜਪਜੀ ਸਾਹਿਬ ਹੈ, ਜਪ ਜੀ ਸਾਹਿਬ, ਇਸ ਨੂੰ ਮਾਲਾ ਮੰਤਰ ਵੀ ਆਖਿਆ ਗਿਆ, ਗੁਰਸਿੱਖਾਂ ਦਾ ਮਾਲਾ ਮੰਤਰ। ਉਸ ਤੋਂ ਬਾਅਦ ਫਿਰ ਇੱਕ ਓਂਕਾਰ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਇੱਥੇ ਤੱਕ ਇਹ ਮੂਲ ਮੰਤਰ। ਗੁਰ ਪ੍ਰਸਾਦ ਤੱਕਰ ਮਹਾ ਮੰਤਰ। ਸੋ ਗੁਰ ਪ੍ਰਸਾਦ ਤੱਕਰ ਜੋ ਮਹਾ ਮੰਤਰ ਹੈ ਇਹ ਮੂਲ ਮੰਤਰ ਦਾ ਨਿਚੋੜ ਹੈ। ਕੋਈ ਕਹੇਗਾ ਕਿ ਅੱਛਾ ਮਹਾ ਮੰਤਰ ਦਾ ਕੀ ਨਿਚੋੜ ਹੈ, ਅਤੇ ਉਸ ਦਾ ਉੱਤਰ ਹੈ ਬੀਜ ਮੰਤਰ। ਬੀਜ ਮੰਤਰ ਹੈ ਇੱਕ ਓਂਕਾਰ। ਇਹ ਵੈਸੇ ਪੂਰਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਤੱਤ ਰੂਪ ਹੈ, ਜੋ ਇੱਕ ਓਂਕਾਰ ਬੀਜ ਰੂਪ। ਸੋ ਇਸੇ ਤਰ੍ਹਾਂ ਜੋ ਜਪਜੀ ਸਾਹਿਬ ਦੀ ਬਾਣੀ ਹੈ ਇਸ ਨੂੰ ਪ੍ਰਧਾਨ ਬਾਣੀ, ਸ਼੍ਰੋਮਣੀ ਬਾਣੀ ਮੰਨੀ ਗਈ ਹੈ। ਅਤੇ ਹਰੇਕ ਜੋ ਗੁਰਸਿੱਖ ਮਾਈ ਭਾਈ ਹੈ ਉਹਨਾਂ ਨੂੰ ਹੁਕਮ ਕੀਤਾ ਗਿਆ ਕਿ ਸਵੇਰ ਨੂੰ ਉੱਠਣ ਸਮੇਂ, ਅੰਮ੍ਰਿਤ ਵੇਲੇ ਦੇ ਸਮੇਂ ਸਭ ਤੋਂ ਪਹਿਲਾਂ ਜਪਜੀ ਸਾਹਿਬ ਦਾ ਪਾਠ ਕਰਨਾ ਚਾਹੀਦਾ। ਆਪਾਂ ਸਵੇਰ ਨੂੰ ਆਪਾਂ ਨਾਸ਼ਤਾ ਕਰਦੇ ਹਾਂ, ਭੋਜਨ ਛਕਦੇ, ਭਾਵ ਕਿ ਨਾਸ਼ਤਾ ਬ੍ਰੇਕਫਾਸਟ, ਅੰਗਰੇਜ਼ੀ ਦਾ ਸ਼ਬਦ ਹੈ ਬ੍ਰੇਕਫਾਸਟ, ਕਿ ਜੋ ਰਾਤ ਦੀ ਜੋ ਵਰਤ ਰੋਜ਼ਾ ਰੱਖਿਆ ਹੋਇਆ ਉਸ ਨੂੰ ਤੋੜਨਾ, ਠੀਕ ਆ। ਫਾਸਟ ਜੋ ਰੱਖੀ ਹੋਈ ਆ ਰਾਤ ਦੀ ਉਸ ਨੂੰ ਤੋੜਨਾ।
ਜੋ ਅਧਿਆਤਮ ਪੱਖ ਦਾ ਜੋ ਗੁਰਸਿੱਖਾਂ ਵਾਸਤੇ ਲਈ ਬ੍ਰੇਕਫਾਸਟ ਹੈ ਉਹ ਜਪਜੀ ਸਾਹਿਬ ਹੈ। ਠੀਕ ਆ, ਕਿਉਂਕਿ ਰਾਤ ਸਮੇਂ ਜਿਹੜਾ ਬੰਦਾ ਸੌਂਦਾ ਹੈ, ਸੁਪਨ ਅਵਸਥਾ ਦੇ ਵਿੱਚ ਰਹਿੰਦਾ ਹੈ, ਚਲੋ ਉਹ ਤਾਂ ਬਹੁਤ ਦੂਰ ਦੀ ਗੱਲ ਹੈ ਕਿ ਰੋਮ ਰੋਮ ਸਿਮਰਨਾ। ਇਹ ਅਸਲ ਦੇ ਵਿੱਚ ਜੋ ਗੁਰਸਿੱਖ ਹੈਗਾ ਆ ਉਹਨਾਂ ਦੀ ਟਾਰਗੇਟ ਤਾਂ ਇਹੀ ਹੈ ਕਿ ਇੱਕ ਇੱਕ ਰੋਮ ਦੇ ਵਿੱਚ ਵਾਹਿਗੁਰੂ ਦਾ ਨਾਮ ਵਸੇ। ਪਰ ਉੱਦਾਂ ਆਪਾਂ ਆਮ ਤੌਰ 'ਤੇ ਦੇਖੀਏ ਕਿ ਜੋ ਆਪਾਂ ਸੁਪਨ ਅਵਸਥਾ ਦੇ ਵਿੱਚ ਰਾਤ ਨੂੰ ਆਪਾਂ ਰਾਤ ਦਾ ਸਮਾਂ ਬਤੀਤ ਕਰਦੇ ਹਾਂ, ਸਵੇਰ ਨੂੰ ਆਪਾਂ ਉੱਠਦੇ ਹਾਂ, ਅਧਿਆਤਮ ਪੱਖ 'ਤੇ ਫਸਟ ਥਿੰਗ ਆਪਾਂ ਉਸ ਸਿਮਰਨ ਨਹੀਂ ਕੀਤਾ ਉਸ ਸਮੇਂ ਵਾਸਤੇ ਲਈ। ਸਾਡਾ ਫਸਟ ਹੈ ਉਹਨੂੰ ਫਾਸਟ ਬ੍ਰੇਕ ਕਰਨ ਵਾਸਤੇ ਲਈ ਆਪਾਂ ਜਪਜੀ ਸਾਹਿਬ ਦਾ ਪਾਠ ਕਰਦੇ ਹਾਂ। ਸਵੇਰ ਨੂੰ ਵੈਸੇ ਆਪਾਂ ਦੁਨਿਆਵੀ ਤੌਰ 'ਤੇ ਦੇਖੀਏ ਤਾਂ ਬ੍ਰੇਕਫਾਸਟ ਕਹਿੰਦਾ ਇਜ਼ ਦ ਮੋਸਟ ਇੰਪੋਰਟੈਂਟ ਮੀਲ ਆਫ ਦ ਡੇ। ਠੀਕ ਆ, ਕਿਉਂਕਿ ਬਾਕੀ ਜੋ ਆਪਣਾ ਦਿਨ ਹੈਗਾ ਆ ਉਹ ਬ੍ਰੇਕਫਾਸਟ 'ਤੇ ਚੱਲੇਗਾ। ਜੇ ਤੁਹਾਡਾ ਬ੍ਰੇਕਫਾਸਟ ਸਹੀ ਹੋਏਗਾ ਤਾਂ ਸਰੀਰ ਵੀ ਤੁਹਾਡਾ ਸਹੀ ਚੱਲੇਗਾ। ਇਸੇ ਤਰ੍ਹਾਂ ਅਧਿਆਤਮ ਪੱਖ 'ਤੇ ਆਤਮਿਕ ਤੌਰ 'ਤੇ ਜੇ ਤੁਹਾਡਾ ਜਪਜੀ ਸਾਹਿਬ ਦਾ ਪਾਠ ਸਹੀ ਹੋਵੇ, ਜੇ ਤੁਸੀਂ ਚੰਗੀ ਤਰ੍ਹਾਂ ਮਨ ਬਿਰਤੀਆਂ ਇਕਾਗਰ ਕਰਕੇ ਪਾਠ ਕੀਤਾ ਹੋਵੇ ਤਾਂ ਤੁਹਾਡਾ ਦਿਨ ਵੀ ਸਹੀ ਸਲਾਮਤ ਨਿਕਲੇਗਾ, ਚੜ੍ਹਦੀ ਕਲਾ ਦੇ ਵਿੱਚ ਨਿਕਲੇਗਾ। ਇਹ ਗੁਰੂ ਸਾਹਿਬ ਜੀ ਦਾ ਬਰ ਬਖਸ਼ਿਸ਼ ਹੈ। ਸੋ ਇਸੇ ਤਰ੍ਹਾਂ ਰਹਿਤਨਾਮੇ ਜੋ ਪੁਰਾਤਨ ਗੁਰਸਿੱਖਾਂ ਦੇ ਰਹਿਤਨਾਮੇ ਹੈਗੇ ਆ, ਉੱਥੇ ਵੀ ਸਿੰਘਾਂ ਨੇ ਲਿਖਿਆ ਹੋਇਆ ਕਿ ਵਿਸਟਾ ਕਾ ਕਿਰਮ ਹੋਏ ਜਨਮ ਗਵਾਵੈ ਬਾਦ। ਇਹ ਹਾਲਾਤ ਦੱਸੀ ਹੈ ਕਿ ਜਿਹੜਾ ਗੁਰਸਿੱਖ ਸਵੇਰ ਨੂੰ ਨਾਸ਼ਤਾ ਕਰਦਾ ਹੈ ਪਰ ਜਪਜੀ ਸਾਹਿਬ ਦਾ ਪਾਠ ਨਹੀਂ ਪੜ੍ਹਿਆ। ਕਈ ਕਹਿੰਦੇ ਆ ਕਿ ਆਪਾਂ ਸਵੇਰ ਨੂੰ ਪਹਿਲਾਂ ਨਾਸ਼ਤਾ ਕਰਕੇ ਫਿਰ ਨਿਤਨੇਮ ਕਰਦੇ ਹਾਂ, ਪਰ ਉਹ ਗੁਰਮਤਿ ਦੇ ਵਿੱਚ ਪ੍ਰਵਾਨ ਨਹੀਂ ਹੈ। ਕਿਉਂਕਿ ਸਾਡਾ ਪਹਿਲਾ ਸਿੱਖਾਂ ਦਾ ਕੰਮ ਹੈਗਾ ਅਧਿਆਤਮ ਪੱਖ 'ਤੇ, ਸਰੀਰ ਦੂਸਰਾ। ਫਸਟ ਨੰਬਰ ਸਾਡੀ ਇੰਪੋਰਟੈਂਸ ਹੈਗੀ ਆ ਅਧਿਆਤਮ ਪੱਖ 'ਤੇ। ਸੋ ਕਹਿੰਦੇ ਆ ਕਿ ਵਿਸਟਾ ਕਾ ਕਿਰਮ ਹੋਏ। ਵਿਸਟਾ ਬੋਲਦੇ ਆ ਦਲਿੱਦਰ ਨੂੰ। ਠੀਕ ਆ, ਜੋ ਦਲਿੱਦਰ ਹੈਗੀ ਆ ਗੰਦਗੀ, ਕਹਿੰਦੇ ਉਹਦੇ ਵਿੱਚ ਬੰਦਾ ਇੱਕ ਕੀੜਾ ਬਣ ਜਾਂਦਾ ਆ। ਜਿਹੜਾ ਬੰਦਾ ਸਵੇਰ ਦਾ ਨਾਸ਼ਤਾ ਕਰਦਾ ਜਪਜੀ ਸਾਹਿਬ ਬਿਨਾਂ ਪੜ੍ਹਨ ਤੋਂ, ਉਹ ਗੰਦਗੀ ਦੇ ਵਿੱਚ ਇੱਕ ਕੀੜਾ ਰੂਪ ਬਣ ਜਾਂਦਾ। ਜਨਮ ਗਵਾਵੈ ਬਾਦ। ਔਰ ਜੋ ਉਸਨੂੰ ਇਹ ਮਨੁੱਖੀ ਜੀਵਨ ਮਿਲਿਆ ਗਿਆ ਹੈ ਕਿ ਤੂੰ ਇੱਥੇ ਆ ਕੇ ਅਵਰ ਕਾਜ ਤੇਰਾ ਕੀਤਾ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ, ਕਿ ਤੁਸੀਂ ਇੱਥੇ ਨਾਮ ਜਪਣ ਵਾਸਤੇ ਲਈ ਆਏ ਹੋਏ ਆ, ਇਸ ਤੋਂ ਬਿਨਾਂ ਤੁਹਾਡਾ ਹੋਰ ਕੋਈ ਕੰਮ ਨਹੀਂ ਆ। ਇਹ ਜੋ ਬਹੁਤ ਵੱਡਾ ਸ੍ਰੇਸ਼ਟ ਜਨਮ ਤੁਹਾਨੂੰ ਮਿਲਿਆ ਹੈ, ਇਹ ਸਭ ਖਤਮ ਹੋ ਜਾਂਦਾ, ਭਾਵ ਗਵਾ ਬੈਠ ਗਿਆ ਬੰਦਾ। ਸੋ ਜੋ ਪੁਰਾਤਨ ਸਿੰਘਾਂ ਦਾ ਰਹਿਤਨਾਮਾ ਹੈਗਾ, ਉਹਦੇ ਵਿੱਚ ਖਾਸ ਲਿਖਿਆ ਹੈ ਕਿ ਸਵੇਰ ਨੂੰ ਭੋਜਨ ਕਰਨ ਤੋਂ ਪਹਿਲਾਂ ਜਪਜੀ ਸਾਹਿਬ ਦਾ ਪਾਠ ਕਰਨਾ ਜ਼ਰੂਰੀ ਹੈ। ਨਿੱਤਾ ਅਗਲੇ ਜੂਨ ਦੇ ਵਿੱਚ ਤੁਹਾਡੀ ਕਿੱਦਾਂ ਦੀ ਗੰਦੀ ਹਾਲਤ ਹੋਏਗੀ। ਬਹੁਤ ਇਹ ਬਚਨ ਟੱਚ ਕਰਦਾ ਆ ਬੰਦੇ ਨੂੰ ਕਿ ਕਿੰਨੀ ਇੰਪੋਰਟੈਂਟ ਹੈਗੀ ਹੈ ਜਪਜੀ ਸਾਹਿਬ, ਔਰ ਉਹ ਪੂਰੇ ਰਹਿਤ ਦੇ ਵਿੱਚ ਰਹਿ ਕੇ ਪੜ੍ਹਨੀ ਆ ਸਵੇਰ ਨੂੰ। ਫਸਟ ਤੁਹਾਡਾ ਕੰਮ ਹੈਗਾ ਸਵੇਰ ਨੂੰ ਜਪਜੀ ਸਾਹਿਬ ਦੇ ਵਿੱਚ ਤੁਹਾਡਾ ਧਿਆਨ ਹੋਣਾ ਚਾਹੀਦਾ, ਨਾ ਕਿ ਫੋਨਾਂ ਦੇ ਵਿੱਚ, ਨਾ ਕਿ ਖਾਣ ਦੇ ਵਿੱਚ। ਸੰਸਾਰ ਬਾਅਦ, ਪਹਿਲਾ ਗੁਰੂ। ਸੋ ਇਸੇ ਪ੍ਰਕਾਰ ਸਾਧ ਸੰਗਤ ਜੀ, ਜੋ ਜਪਜੀ ਸਾਹਿਬ ਦਾ ਪਾਠ ਹੈ ਇਹ ਜੀਵਨ ਦੀ ਸਫਲਤਾ ਵਾਸਤੇ ਲਈ ਹੈ। ਜਿਹੜਾ ਮਨੁੱਖ ਜਪਜੀ ਸਾਹਿਬ ਦਾ ਪਾਠ ਨਿੱਤ ਕਰਦਾ ਹੈ, ਉਹਨੂੰ ਨਿਸ਼ਚੇ ਕਰਕੇ ਜੀਵਨ ਦੀ ਸਫਲਤਾ ਹੀ ਮਿਲਦੀ ਹੈ। ਕਿਉਂਕਿ ਗੁਰੂ ਮਹਾਰਾਜ ਨੇ ਇਹ ਵੀ ਕਿਹਾ ਹੈ ਕਿ ਜੋ ਜਪਜੀ ਸਾਹਿਬ ਦਾ ਪਾਠ ਹੈ ਇਹਨੂੰ ਕੰਠ ਕਰਨਾ ਬਹੁਤ ਜ਼ਰੂਰੀ ਹੈ। ਵੈਸੇ ਗੁਰਸਿੱਖ ਵਾਸਤੇ ਲਈ ਬਹੁਤ ਸਾਰੀ ਬਾਣੀ ਕੰਠ ਕਰਨੀ ਜ਼ਰੂਰੀ ਹੈ, ਪਰ ਘੱਟ ਤੋਂ ਘੱਟ ਆਪਾਂ ਕਹੀਏ ਕਿ ਜਪਜੀ ਸਾਹਿਬ ਤਾਂ ਜ਼ਰੂਰੀ ਕੰਠ ਕਰਨੀ ਚਾਹੀਦੀ ਆ। ਕਈ ਵੈਸੇ ਪ੍ਰੇਮੀ ਜਿਨ੍ਹਾਂ ਨੇ ਅੰਮ੍ਰਿਤ ਵੀ ਨਹੀਂ ਪਾਨ ਕੀਤਾ, ਉਹਨਾਂ ਨੇ ਜਪਜੀ ਸਾਹਿਬ ਤਾਂ ਕੰਠ ਕੀਤੀ ਆ। ਉਹ ਸਵੇਰ ਨੂੰ ਉਹ ਕਰਦੇ ਰਹਿੰਦੇ ਆ। ਔਰ ਉੱਦਾਂ ਵੀ ਇੱਦਾਂ ਆਪਾਂ ਦੇਖਿਆ ਹੋਇਆ ਕਿ ਕਈਆਂ ਦਾ ਜਿਨ੍ਹਾਂ ਦਾ ਲਗਨ ਵੀ ਨਹੀਂ ਲੱਗਿਆ ਇਹਨਾਂ ਸਿੱਖੀ ਦੇ ਵਿੱਚ, ਉਹ ਫਿਰ ਵੀ ਜਪਜੀ ਸਾਹਿਬ ਦਾ ਪਾਠ ਕਰ ਲੈਂਦੇ ਆ। ਭਾਵੇਂ ਹੋਰ ਕੋਈ ਬਾਣੀ ਨਹੀਂ ਪੜ੍ਹਨੀ, ਪਰ ਜ਼ਰੂਰ ਜਪਜੀ ਸਾਹਿਬ ਦਾ ਪਾਠ ਕਰ ਲੈਂਦੇ ਆ। ਮੀਨਸ ਕਿ ਸੰਸਾਰ ਦੇ ਵਿੱਚ ਜਪਜੀ ਸਾਹਿਬ ਦਾ ਇਤਨੀ ਮਹਾਤਮ ਹੈ, ਇਤਨਾ ਇੰਪੋਰਟੈਂਸ ਹੈ ਕਿ ਜਿਹੜੇ ਗੁਰੂ ਸਾਹਿਬ ਦੇ ਨਾਲ ਵੀ ਨਹੀਂ ਜੁੜੇ, ਜਿਹੜੇ ਨਹੀਂ ਵੀ ਜੁੜੇ, ਉਹ ਵੀ ਜਪਜੀ ਸਾਹਿਬ ਦਾ ਪਾਠ ਨਿਤਾ ਪ੍ਰਤੀ ਕਰਦੇ ਹੈ।
ਸੋ ਇਸੇ ਤਰ੍ਹਾਂ ਜੋ ਬਾਣੀ ਕੰਠ ਕਰਨੀ ਆ, ਇਸ ਦੀ ਵੀ ਬਹੁਤ ਮਹੱਤਮ ਹੈ, ਕਿਉਂਕਿ ਜਿਵੇਂ ਪੁਰਾਣੇ ਸਿੰਘਾਂ ਦੇ ਬੋਲੇ ਹੈ, ਪੈਸਾ ਗੰਠ ਬਾਣੀ ਕੰਠ, ਕਿ ਇਹ ਜਿਵੇਂ ਬਾਣੀ ਕੰਠ ਕਰਨੀ ਉਹ ਇਵੇਂ ਹੈਗਾ ਜਿਵੇਂ ਪੈਸੇ ਦਾ ਇੱਕ ਗੰਠ ਰੱਖਣਾ, ਇੰਨੀ ਕੀਮਤ ਹੈ। ਹੁਣ ਜਿਹੜਾ ਬੰਦਾ ਫਿਰਦਾ ਵਿਚਰਦਾ ਸੰਸਾਰ ਦੇ ਵਿੱਚ, ਉਹਦੇ ਕੋਲ ਵੋਲਟ ਹੈ, ਕਦੇ ਲੋੜ ਪਏਗੀ ਉਹ ਪੈਸਾ ਖਰਚ ਸਕਦਾ, ਕਦੇ ਚੀਜ਼ ਦੀ ਕੋਈ ਘਾਟਾ ਪਵੇ ਉਹ ਤਿਆਰ ਬਾਏ ਤਿਆਰ ਰਹਿੰਦਾ। ਅੱਜ ਕੱਲ੍ਹ ਤਾਂ ਆਪਾਂ ਗੁਟਕੇ ਸਾਹਿਬ ਅਤੇ ਗੁਰਬਾਣੀ ਦੀ ਪੋਥੀਆਂ 'ਤੇ ਬਹੁਤ ਹੀ ਡਿਪੈਂਡੈਂਟ ਬਣ ਗਏ, ਇੱਥੇ ਤੱਕ ਕਿ ਆਪਾਂ ਆਈਪੈਡਾਂ 'ਤੇ ਫੋਨਾਂ 'ਤੇ ਵੀ ਆਪਾਂ ਬਾਣੀ ਅਪਲੋਡ ਕੀਤੀ। ਪੁਰਾਣੇ ਸਮਿਆਂ ਦੇ ਵਿੱਚ ਕੋਈ ਆਈਪੈਡ ਨਹੀਂ ਸੀ, ਨਾ ਕੋਈ ਫੋਨ ਸੀ, ਔਰ ਇੱਥੇ ਤੱਕ ਸਾਧ ਸੰਗਤ ਜੀ ਕਿ ਪੋਥੀਆਂ ਵੀ ਬਹੁਤ ਮੁਸ਼ਕਿਲ ਮਿਲਦੀਆਂ ਸੀ। ਜਿਵੇਂ ਅੱਜ ਕੱਲ੍ਹ ਦੀ ਛਪਾਈ ਹੁੰਦੀ ਆ ਪੋਥੀਆਂ ਦੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ, ਉਹ ਇੱਦਾਂ ਛਪਾਈ ਹੁੰਦੀ ਆ ਕਿ ਪੋਥੀਆਂ ਦੀ ਬੇਅਦਬੀ ਹੁੰਦੀ ਆ, ਲੋਕਾਂ ਨੂੰ ਪਤਾ ਨਹੀਂ ਕਿ ਆਪਾਂ ਸੰਭਾਲ ਕਿੱਦਾਂ ਕਰੀਏ। ਇੱਦਾਂ ਦਾ ਸਮਾਂ ਹੁੰਦਾ ਸੀ ਕਿ ਉਹ ਪੋਥੀ ਸਾਹਿਬ ਸਿਰਫ ਹੱਥ ਲਿਖਤ ਹੀ ਹੁੰਦੇ ਸੀ। ਜਦੋਂ ਹੱਥ ਲਿਖਤ ਹੁੰਦੇ ਸੀ ਫਿਰ ਗਿਣਤੀ ਵੀ ਬਹੁਤ ਘੱਟ ਹੁੰਦੀ ਸੀ। ਅੱਜ ਕੱਲ੍ਹ ਤਾਂ ਫਟਾਫਟ ਪ੍ਰੈਸ 'ਤੇ ਤੁਸੀਂ ਪ੍ਰਿੰਟ ਕਰੋ ਅਤੇ ਹਜ਼ਾਰਾਂ ਦੀ ਗਿਣਤੀ ਵਿੱਚ ਕਾਪੀਆਂ ਬਣਦੀਆਂ। ਉਸ ਸਮੇਂ ਬਹੁਤ ਹੀ ਮਿਹਨਤ ਕਰਕੇ ਬੰਦਾ ਪੋਥੀ ਸਾਹਿਬ ਬਣਾਉਂਦਾ ਸੀ, ਉਹਦੀ ਬਣਾਵਟ ਬਹੁਤ ਮਿਹਨਤ ਦੇ ਨਾਲ, ਉਹ ਪ੍ਰੇਮ ਭਾਵਨਾ ਦੇ ਨਾਲ ਹੁੰਦੀ ਸੀ। ਧੰਨ ਸੋ ਕਾਗਦ ਕਲਮ ਧੰਨ, ਧੰਨ ਪਾਂਡਾ ਧੰਨ ਮਾਸ, ਧੰਨ ਲੇਖਾਰੀ ਨਾਨਕਾ ਜਿਨ ਨਾਮ ਲਿਖਾਇਆ ਸੱਚ। ਸੋ ਬਾਣੀ ਲਿਖਣ ਦੀ ਵੀ ਬਹੁਤ ਵੱਡੀ ਮਹੱਤਮ ਹੈ। ਅਤੇ ਇਸ ਤਰ੍ਹਾਂ ਕਹਿੰਦੇ ਆ ਕਿ ਜਿਹੜਾ ਬੰਦੇ ਨੇ ਜਪਜੀ ਸਾਹਿਬ ਨਹੀਂ ਕੰਠ ਕੀਤੀ, ਇਸੇ ਤਰ੍ਹਾਂ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਵਿੱਚ ਕਵੀ ਜੀ ਨੇ, ਕਵੀ ਭਾਈ ਸੰਤੋਖ ਸਿੰਘ ਨੇ ਬਹੁਤ ਸੋਹਣਾ ਪ੍ਰਮਾਣ ਦਿੱਤਾ। ਕਹਿੰਦੇ ਹੋਏ ਸਿੱਖ ਜਪ ਕੰਠ ਨਾ ਕੀਨੇ, ਜਪ ਕੰਠ ਨਾ ਕੀਨੋ, ਨਾਉ ਧਰੀਕ ਭੇਖ ਧਰ ਲੀਨੋ। ਕਹਿੰਦੇ ਹੋਏ ਸਿੱਖ ਜਪ ਕੰਠ ਨਾ ਕੀਨੋ, ਕਹਿੰਦੇ ਜਿਹੜੇ ਸਿੱਖ ਨੇ ਜਪਜੀ ਸਾਹਿਬ ਨੂੰ ਕੰਠ ਨਹੀਂ ਕੀਤਾ, ਨਾਉ ਧਰੀਕ ਭੇਖ ਧਰ ਲੀਨੋ, ਮਾਨੋ ਕਿ ਉਹਦਾ ਸਿਰਫ ਨਾਮ ਹੀ ਹੈ ਗੁਰਸਿੱਖ ਦਾ, ਨਾਉ ਧਰੀਕ ਭੇਖ ਧਰ ਲੀਨੋ। ਅਤੇ ਉਹਨੇ ਕੀ ਕੀਤਾ, ਉਹਨੇ ਬਾਹਰਲਾ ਬਸ ਇੱਕ ਭੇਖ ਧਾਰਿਆ ਹੋਇਆ, ਬਾਣਾ ਪਾਇਆ ਹੋਇਆ, ਸੱਜਦਾ ਦਮਾਲਾ ਸਜਾਇਆ, ਬਹੁਤ ਸੋਹਣਾ ਸੁਨੱਖਾ ਲੱਗਦਾ ਹੈ, ਅੰਦਰ ਪਰ ਖਾਲੀ ਹੈ, ਜਿਹਨੇ ਜਪਜੀ ਸਾਹਿਬ ਦਾ ਪਾਠ ਨਹੀਂ ਕੀਤਾ। ਬਸ ਭਾਵ ਜਿਹੜੇ ਬੰਦੇ ਨੇ ਜਪਜੀ ਸਾਹਿਬ ਦਾ ਪਾਠ ਕੰਠ ਨਹੀਂ ਕੀਤਾ, ਜੋ ਆਪਾਂ ਬਿਲਕੁਲ ਮਿਨੀਮਮ ਸਟੈਂਡਰਡ ਮੰਨਦੇ ਆ, ਉਹ ਬਸ ਦਿਖਾਵਾ ਵਾਲਾ ਸਿੱਖ ਹੈਗਾ, ਉਹ ਕੋਈ ਅਸਲੀ ਗੁਰਸਿੱਖ ਨਹੀਂ ਹੈਗਾ ਗੁਰੂ ਦਾ। ਸੋ ਇਸੇ ਤਰ੍ਹਾਂ ਸਾਧ ਸੰਗਤ ਜੀ, ਜੋ ਗੁਰੂ ਗੋਬਿੰਦ ਸਿੰਘ ਜੀ ਹੈਗੇ ਆ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਪਜੀ ਸਾਹਿਬ ਨੂੰ ਇੱਕ ਪਰਮ ਮੰਤਰ ਆਖਿਆ ਗਿਆ, ਜੋ ਕਿ ਸਭ ਤੋਂ ਵੱਡਾ ਮੰਤਰ ਹੈ, ਜੋ ਆਲਰੇਡੀ ਆਪਾਂ ਬਚਨ ਕੀਤਾ। ਇਸ ਨੂੰ ਮਹਾਰਾਜ ਨੇ ਮਾਲਾ ਮੰਤਰ ਦੀ ਗੱਦੀ ਬਖਸ਼ੀ ਹੈ। ਅਤੇ ਇਸ ਦੇ ਨਾਲ ਸਾਧ ਸੰਗਤ ਜੀ ਸੱਚੇ ਪਾਤਸ਼ਾਹ ਨੇ ਇਹ ਵੀ ਵਰ ਦਿੱਤਾ ਹੈ ਕਿ ਜਿਹੜਾ ਬੰਦਾ ਜਪਜੀ ਸਾਹਿਬ ਦਾ ਪਾਠ ਕਰਦਾ ਆ, ਉਸ ਦੇ ਜਿੰਨੇ ਵੀ ਕਾਰਜ ਹੈਗੇ ਆ ਸਾਰੇ ਸੰਪੂਰਨ ਹੋ ਜਾਂਦੇ ਨੇ, ਬਿਨਾਂ ਸੋਚਣ ਤੋਂ ਸਾਰੇ ਕਾਰਜ ਸੰਪੂਰਨ ਹੋ ਜਾਂਦੇ, ਕਿਉਂਕਿ ਇਹ ਸਾਧ ਸੰਗਤ ਜੀ ਬ੍ਰਹਮ ਗਿਆਨ ਦੀ ਬਾਣੀ ਹੈ। ਜੋ ਪੁਰਾਤਨ ਸਿੰਘ ਹੁੰਦੇ ਸੀ, ਉਹ ਆਪਣੇ ਨਿਤਨੇਮ ਦੇ ਵਿੱਚ 25 ਜਪਜੀ ਸਾਹਿਬ ਦੇ ਪਾਠ ਜ਼ਰੂਰ ਕਰਦੇ ਹੁੰਦੇ ਸੀ। 25 ਜਪਜੀ ਸਾਹਿਬ ਦੇ ਪਾਠ ਸਾਨੂੰ ਬਹੁਤ ਸਾਰੇ ਟਕਸਾਲ ਦੇ ਸਿੰਘਾਂ ਨੇ ਵੀ ਕਿਹਾ ਹੋਇਆ ਕਿ ਜਪਜੀ ਸਾਹਿਬ ਦੇ 25 ਪਾਠ ਕਰਦੇ। ਕਈ ਸਿੰਘ ਸਾਨੂੰ ਮਿਲੇ ਹੋਏ ਆ ਜਿਨ੍ਹਾਂ ਦਾ 51 ਪਾਠ ਹੁੰਦਾ ਡੇਲੀ ਜਪਜੀ ਸਾਹਿਬ ਦੇ, ਠੀਕ ਆ, 51 ਪਾਠ। ਹੁਣ ਤੁਸੀਂ ਆਪ ਸੋਚ ਲਓ ਕਿ 10-10 15 ਮਿੰਟ ਲੱਗਦੇ ਪਾਠ ਕਰਨ ਨੂੰ, ਕਿੱਦਾਂ ਦਾ ਤਕੜਾ ਨਿਤਨੇਮ ਹੈ। ਸਾਡੇ ਜੋ ਸਿੰਘ ਸੀਗੇ ਨਾ ਪੁਰਾਣੇ, ਉਹ ਬਾਣੀ ਪੜ੍ਹਦੇ ਹੁੰਦੇ ਸੀ। ਅੱਜ ਕੱਲ੍ਹ ਸਾਡੇ ਵਿੱਚ ਇੰਨਾ ਘਾਟਾ ਪਿਆ ਕਿਉਂਕਿ ਕੋਈ ਬਾਣੀ ਨਹੀਂ ਪੜ੍ਹਦਾ। ਅੱਜ ਕੱਲ੍ਹ ਤਾਂ ਸੱਤ ਬਾਣੀਆਂ ਨਿਤਨੇਮ ਦਾ ਬਹੁਤ ਸਾਨੂੰ ਮੁਸ਼ਕਿਲ ਲੱਗਦਾ। ਸਵੇਰ ਨੂੰ ਉੱਠਦੇ ਹਾਂ ਅਤੇ ਪਹਿਲਾਂ ਸਾਡੇ ਮਨ 'ਚ ਆ ਗਈ ਗੱਲ ਕਿ ਯਾਰ ਅੱਜ ਕਿੰਨਾ ਬੜਾ ਕੰਮ ਹੈਗਾ, ਅੱਜ ਇਹ ਕਰਨਾ ਉਹ ਕਰਨਾ। ਫਿਰ ਸਾਡੇ ਫੋਨ ਨਹੀਂ ਸਾਡੇ ਕੋਲ ਛੱਡ ਹੁੰਦੇ ਆ। ਜਿਸ ਸਮਾਂ ਆਪਾਂ ਫੋਨ 'ਤੇ ਆਪਾਂ ਲਾਉਂਦੇ ਆ, ਵਿਅਰਥ ਕਰਦੇ ਹਾਂ, ਕਿਉਂਕਿ ਵਿਹਲੇ ਬੈਠੇ ਨਾ ਤਾਂ ਹੀ ਆਪਾਂ ਫੋਨ 'ਤੇ ਲਾਉਂਦੇ ਆ ਸਮਾਂ। ਸਾਡੇ ਪੁਰਾਣੇ ਸਿੰਘ ਕਦੇ ਵਿਹਲੇ ਨਹੀਂ ਹੁੰਦੇ ਸੀ, ਉਹ ਬਾਣੀ ਦੇ ਵਿੱਚ ਹੀ ਸਮਾਂ ਬਤੀਤ ਕਰਦੇ ਸੀ। ਤਾਂ ਹੀ ਉਹ ਇੱਦਾਂ 25 ਪਾਠ ਵੀ ਹੁੰਦੇ ਸੀ ਡੇਲੀ ਨਿਤਨੇਮ ਦੇ ਵਿੱਚ। ਇਹ ਨਹੀਂ ਕਿ ਇੱਕ ਦਿਨ ਪਾਠ ਕਰਨਾ ਦੂਏ ਦਿਨ ਨਹੀਂ, ਜਿਵੇਂ ਸਾਡੇ ਨਿਤਨੇਮ ਦੇ ਵਿੱਚ ਇੱਦਾਂ ਹੈ, ਇੱਕ ਦਿਨ ਨਿਤਨੇਮ ਕਰ ਲਿਆ, ਦੂਏ ਦਿਨ ਨਹੀਂ ਕੀਤਾ, ਕੋਈ ਗੱਲ ਨਹੀਂ, ਕੱਲ੍ਹ ਨੂੰ ਕਰ ਲੈਣਾ। ਤਾਂ ਫਿਰ ਬਖਸ਼ਿਸ਼ਾਂ ਵੀ ਇੱਦਾਂ ਮਿਲਦੀਆਂ ਜੀ। ਸੋ ਜੋ ਪੁਰਾਣੇ ਸਿੰਘ ਸੀਗੇ ਉਹ ਨਿੱਤਾ ਪ੍ਰਤੀ 25 ਜਪਜੀ ਸਾਹਿਬ ਦੇ ਪਾਠ ਕਰਦੇ ਸੀ।
ਤੇ ਮਾਨੋ 25 ਜਪਜੀ ਸਾਹਿਬ ਦੇ ਪਾਠ ਕਰਨ ਦੇ ਨਾਲ ਕਿਹਾ ਜਾਂਦਾ ਕਿ ਜਿੰਨੇ ਵੀ ਤੁਹਾਡੇ ਕਾਰਜ ਹੈਗੇ ਆ ਉਹ ਪੂਰੇ ਸਫਲ ਹੋ ਜਾਂਦੇ। ਕਦੇ ਆਪਣੇ ਜੀਵਨ ਦੇ ਵਿੱਚ ਕੋਈ ਇੱਕ ਵੀ ਅੱਧੀ ਵਿਘਨ ਨਹੀਂ ਆਉਂਦੀ। ਵਿਘਨਾਂ ਤੋਂ ਰਹਿਤ ਰਹਿੰਦਾ, ਇੱਦਾਂ ਪੂਰਾ ਸਫਲ ਜੀਵਨ ਹੋ ਜਾਂਦਾ ਤੁਹਾਡਾ। ਇਸੇ ਤਰ੍ਹਾਂ ਸਾਨੂੰ ਪੁਰਾਣੇ ਗੁਰਸਿੱਖਾਂ ਤੋਂ ਪਤਾ ਲੱਗਦਾ ਹੈ ਔਰ ਗੁਰੂ ਸਾਹਿਬਾਂ ਤੋਂ ਵੀ। ਜਿਵੇਂ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਗੁਰਦੁਆਰਾ ਬੌਲੀ ਸਾਹਿਬ ਗੋਇੰਦਵਾਲ ਸਾਹਿਬ, ਉੱਥੇ ਮਹਾਰਾਜ ਨੇ ਵਰ ਦਿੱਤਾ ਕਿ ਜਿਹੜੇ ਪੌੜੀਆਂ ਹੈਗੀਆਂ 84 ਪੌੜੀਆਂ, ਇੱਥੇ ਆ ਕੇ ਕੋਈ ਪ੍ਰੇਮ ਭਾਵਨਾ ਦੇ ਨਾਲ ਸ਼ਰਧਾਵਾਨ ਗੁਰਸਿੱਖ ਆਵੇ ਅਤੇ ਇੱਕ ਇੱਕ ਪੌੜੀ 'ਤੇ ਸੰਪੂਰਨ ਜਪਜੀ ਸਾਹਿਬ ਦਾ ਪਾਠ ਕਰੇ। ਇਸੇ ਤਰ੍ਹਾਂ ਉਹਦੇ ਜੋ 84 ਦੇ ਗੇਰੇ ਹੈਗੇ ਉਹ ਕੱਟੇ ਜਾਣ। ਇਹੋ ਜਿਹੀ ਕਿਰਪਾ ਹੈ। ਇੱਕ ਇੱਕ ਪੌੜੀ ਦੇ ਉੱਤੇ ਜਪਜੀ ਸਾਹਿਬ ਕਰਨ ਦਾ ਇੰਨਾ ਮਹੱਤਮ ਹੈ ਕਿ ਤੁਹਾਡਾ 1 ਲੱਖ ਜੂਨ ਤੁਹਾਡਾ ਖਤਮ ਹੋ ਜਾਏਗਾ। ਇਤਨੀ ਕਿਰਪਾ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ, ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਆ ਆਪਣੇ ਗੁਰਸਿੱਖਾਂ ਦੇ ਉੱਤੇ। ਸੋ ਇਸੇ ਤਰ੍ਹਾਂ ਸਾਧ ਸੰਗਤ ਜੀ, ਮੈਂ ਕੁਝ ਇੱਥੇ ਵਿਦਿਆਰਥੀ ਦੇ ਨਾਲ ਮੈਂ ਵਿਚਾਰ ਕਰ ਰਿਹਾ ਸੀ ਥੋੜ੍ਹੇ ਦਿਨ ਪਿੱਛੇ, ਅਤੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਕਿਹਾ ਜਾਂਦਾ ਕਿ ਉਹਨਾਂ ਨੇ 100 ਤੋਂ ਉੱਪਰ ਤਾਂ ਉਹਨਾਂ ਦਾ ਨਿਤਨੇਮ ਸੀਗੇ ਜਪਜੀ ਸਾਹਿਬ ਦੇ ਪਾਠ। ਅਤੇ ਜਦੋਂ ਦਾਸ ਵਿਦਿਆ ਪੜ੍ਹਦਾ ਸੀ ਅਤੇ ਸਾਡੇ ਉਸਤਾਦ ਨੇ ਸਾਨੂੰ ਦੱਸਿਆ ਸੀ ਇੱਕ, ਕਿਉਂਕਿ ਉਹ ਟਕਸਾਲ ਦੇ ਕਾਫੀ ਸਮਾਂ ਉਹਨਾਂ ਨੇ ਰਿਹਾ, ਟਕਸਾਲ ਦੇ ਵਿੱਚ ਮਹਾਂਪੁਰਸ਼ਾਂ ਦੀ ਸੰਗਤ ਕੀਤੀ, ਅਤੇ ਉਹਨਾਂ ਨੇ ਸਾਨੂੰ ਦੱਸਿਆ ਕਿ ਕੁਝ ਸਿੰਘ ਸੀਗੇ ਜੋ ਸੰਤ ਜੀ ਦੇ ਦਰਸ਼ਨ ਕਰਨ ਆਏ, ਅਤੇ ਉਹਨਾਂ ਦੇ ਮਨ ਦੇ ਵਿੱਚ ਇੱਦਾਂ ਫੁਰਨਾ ਉਤਰਿਆ ਕਿ ਆਪਾਂ ਤਾਂ ਹੁਣ ਤੱਕ ਦੇਖਿਆ ਕਿ ਧਰਮ ਯੁੱਧ ਮੋਰਚਾ ਚੱਲ ਰਿਹਾ ਅਤੇ ਸੰਤ ਜੀ ਦਾ ਜਿਹੜਾ ਧਿਆਨ ਹੈਗਾ ਜ਼ਿਆਦਾ ਗੱਲਾਂ ਬਾਤਾਂ 'ਚ। ਇੰਨੀਆਂ ਸੰਗਤਾਂ ਆਉਂਦੀਆਂ, ਗੱਲਾਂ ਬਾਤਾਂ ਨਹੀਂ ਮੁੱਕਦੀਆਂ ਸੰਤ ਜੀ ਦੀਆਂ। ਅਤੇ ਆਪਾਂ ਤਾਂ ਸੁਣਿਆ ਕਿ ਸੰਤ ਜੀ ਤਾਂ ਇੱਥੇ 100 ਜਪਜੀ ਸਾਹਿਬ ਪਾਠ ਕਰਨ ਵਾਲੇ 'ਚੋਂ ਆ। ਇਹ ਕਿਵੇਂ ਹੋ ਸਕਦਾ? ਗੱਲਾਂ ਹੀ ਨਹੀਂ ਮੁੱਕਦੀਆਂ, 100 ਜਪਜੀ ਸਾਹਿਬ ਦੇ ਪਾਠ ਕਿਵੇਂ ਹੁੰਦੇ ਆ? ਸੋ ਇਵੇਂ ਹੀ ਫਿਰ ਥੋੜ੍ਹੀ ਉੱਦਮ ਕਰਕੇ ਅਤੇ ਸਿੰਘਾਂ ਨੇ ਫਿਰ ਜਾ ਕੇ ਸੰਤ ਜੀ ਨੂੰ ਬੇਨਤੀ ਕੀਤੀ ਕਿ ਸੰਤ ਜੀ, ਆਪਾਂ ਤਾਂ ਸੁਣਿਆ ਕਿ ਤੁਸੀਂ 100 ਜਪਜੀ ਸਾਹਿਬ ਦੇ ਪਾਠ ਕਰਦੇ ਆ, ਪਰ ਸਾਨੂੰ ਤਾਂ ਦੇਖਿਆ ਨਹੀਂ ਆ ਕਿ ਦਿਨ ਦੇ ਜਿੰਨੀਆਂ ਵੀ ਘੜੀਆਂ ਹੈਗੀਆਂ ਆਪਾਂ ਦੇਖੀਏ, ਤੁਸੀਂ ਤਾਂ ਗੱਲਾਂ ਦੇ ਵਿੱਚ ਲੈਂਦੇ, ਗੱਲਾਂ ਦੇ ਵਿੱਚ ਤੁਸੀਂ ਆਪਣਾ ਟਾਈਮ ਪਾਸ ਕਰਦੇ ਆ, ਕਿ ਜਪਜੀ ਸਾਹਿਬ ਦੇ ਪਾਠ ਕਿਵੇਂ ਹੁੰਦੇ ਆ? ਸੰਤ ਜੀ ਫਿਰ ਹੱਸਣ ਲੱਗ ਪਏ, ਸਿੰਘਾਂ ਨੂੰ ਆਪਣੇ ਜੱਫੇ 'ਚ ਲਿਆ, ਜੋ ਉਹਨਾਂ ਦਾ ਕੰਨ ਸੀਗਾ ਆਪਣੇ ਛਾਤੀ ਦੇ ਵੱਲ ਲਾ ਦਿੱਤਾ ਅਤੇ ਕਿਹਾ ਕਿ ਆਹ ਸਿੰਘਾ ਸੁਣ, ਸਾਡਾ ਜੋ ਜਪਜੀ ਸਾਹਿਬ ਹੈਗਾ ਸਾਡੇ ਰੋਮ ਰੋਮ 'ਚੋਂ ਨਿਕਲਦਾ ਆ। ਸਿੰਘ ਹੈਰਾਨ ਰਹਿ ਗਿਆ ਕਿ ਇੱਕ ਇੱਕ ਰੋਮ ਦੇ ਵਿੱਚੋਂ ਇੱਕ ਇੱਕ ਜਪਜੀ ਸਾਹਿਬ ਦਾ ਪਾਠ ਚੱਲ ਰਿਹਾ ਸੀ। ਇੱਦਾਂ ਜਿਹੜੇ ਪੁਰਾਣੇ ਗੁਰਸਿੱਖ ਸੀਗੇ ਉਹਨਾਂ ਦੇ ਵਿੱਚ ਰੋਮ ਰੋਮ ਜਪਜੀ ਸਾਹਿਬ ਦੇ ਪਾਠ ਚੱਲ ਰਹੇ ਸੀ। ਇਸੇ ਤਰ੍ਹਾਂ ਸਾਧ ਸੰਗਤ ਜੀ, ਜੋ ਦਮਦਮਾ ਸਾਹਿਬ ਹੈ, ਦਮਦਮਾ ਸਾਹਿਬ ਦੇ ਵਿੱਚ ਉੱਥੇ ਬੁੰਗਾ ਬਣਿਆ ਹੋਇਆ ਹੇਠੇ, ਜਿੱਥੇ ਬਾਬਾ ਦੀਪ ਸਿੰਘ ਜੀ ਮਹਾਂਪੁਰਸ਼ ਬ੍ਰਹਮ ਗਿਆਨੀ ਉੱਥੇ ਬੁੰਗੇ ਦੇ ਵਿੱਚ ਬੈਠ ਕੇ ਉੱਥੇ ਜਪਜੀ ਸਾਹਿਬ ਦੇ ਪਾਠ ਕਰਦੇ ਸੀ। 110 ਪਾਠ ਕਰਦੇ ਸੀ ਰੋਜ਼। ਨਾਲ ਵੀ ਉੱਥੇ ਦਰਸ਼ਨ ਵਾਸਤੇ ਲਈ ਰੱਖਿਆ ਸੀ ਪਹਿਲਾਂ, ਹੁਣ ਤਾਂ ਮੈਨੂੰ ਪਤਾ ਨਹੀਂ, ਬਹੁਤ ਸਮਾਂ ਹੋ ਗਿਆ ਗਏ ਨੂੰ। ਉੱਥੇ ਨਾਲ ਹੀ ਬਾਟਾ ਸਰਬਲੋ ਦਾ, ਜਿੱਥੇ ਉਹਨਾਂ ਨੇ ਜਦੋਂ ਖਾਣ ਦਾ ਸਮਾਂ ਉਹਨਾਂ ਨੇ ਇੱਕ ਮੁੱਠਾ ਛੋਲਿਆਂ ਦੇ ਨਾਲ ਭਰ ਕੇ ਤਾਂ ਛਕ ਲੈਣਾ, ਵਿੱਚ ਹੀ ਉੱਥੇ ਜਲ। ਫਿਰ ਬਸ ਉਹਨਾਂ ਦੀ ਡਾਇਟ ਵੀ ਬੜੀ ਸਿੰਪਲ ਹੈ, ਪਰ ਉੱਥੇ ਉਹਨਾਂ ਨੇ ਸਮਾਧੀ ਵਿੱਚ ਲੀਨ ਹੋ ਕੇ ਜਪਜੀ ਸਾਹਿਬ ਦੇ ਪਾਠ ਕੀਤੇ ਆ, 100 ਜਪਜੀ ਸਾਹਿਬ ਦੇ ਪਾਠ। ਸੋ ਇੱਥੋਂ ਸਾਧ ਸੰਗਤ ਜੀ ਸਾਨੂੰ ਪਤਾ ਲੱਗਦਾ ਹੋਰ ਵੀ ਬਹੁਤ ਵਿਦਵਾਨਾਂ ਮਹਾਂਪੁਰਸ਼ ਬ੍ਰਹਮ ਗਿਆਨੀਆਂ ਨੇ ਜਪਜੀ ਸਾਹਿਬ ਦੇ ਪਾਠ ਦੇ ਜਾਪ ਕੀਤੇ ਆਪਣੇ ਜੀਵਨ ਦੇ ਵਿੱਚ। ਇੱਥੋਂ ਸਾਨੂੰ ਪਤਾ ਲੱਗਦਾ ਕਿ ਜਿਹੜੇ ਬ੍ਰਹਮ ਗਿਆਨੀ ਸੀਗੇ ਉਹਨਾਂ ਨੇ ਘੱਟ ਤੋਂ ਘੱਟ 84 ਜਪਜੀ ਸਾਹਿਬ ਦੇ ਪਾਠ ਡੇਲੀ ਕੀਤੇ ਆਪਣੇ ਜੀਵਨ ਦੇ ਵਿੱਚ। ਹੁਣ ਸਾਧ ਸੰਗਤ ਜੀ, ਮੈਂ ਤੁਹਾਨੂੰ ਇਹ ਵੀ ਬੇਨਤੀ ਕਰਦਾ ਕਿ ਇਹ ਤੁਸੀਂ ਸੁਣਦੇ ਆ ਕਿ 84 ਪਾਠ ਕੀਤੇ, 100 ਪਾਠ ਕੀਤੇ, 110 ਪਾਠ ਕੀਤੇ। ਤੁਸੀਂ ਨਿੱਤ ਡੇਲੀ ਤੁਸੀਂ ਕੋਸ਼ਿਸ਼ ਕਰੋ 10 ਪਾਠ ਤੁਹਾਡੇ ਨਹੀਂ ਹੋਣਗੇ। 1-2 ਦਿਨਾਂ ਬਾਅਦ ਤੁਹਾਡੇ ਉਹਦੇ ਵਿੱਚ ਵੀ ਢਿੱਲ ਮੱਠ ਪੈ ਜਾਏਗੀ। ਇਹ ਕੋਈ ਖੇਡ ਨਹੀਂ ਹੈ ਇੰਨੇ ਜਾਪ ਕਰਨੇ। ਆਪਾਂ ਵੀ ਕੁਝ ਸਿੰਘਾਂ ਦੇ ਨਾਲ ਬੈਠ ਕੇ ਆਪਾਂ ਕੋਸ਼ਿਸ਼ ਕੀਤੀ ਪਾਠ ਕਰਨ ਨੂੰ। ਸਰੀਰਕ ਤੌਰ 'ਤੇ ਕਿੰਨੀਆਂ ਖੇਡਾਂ ਹੁੰਦੀਆਂ, ਦਿਮਾਗੀ ਤੌਰ 'ਤੇ ਬੰਦਾ ਕਰ ਨਹੀਂ ਸਕਦਾ। ਠੀਕ ਹੈ, ਜਿਵੇਂ ਆਪਾਂ ਕਿਸੇ ਨੂੰ ਕਹੀਏ ਕਿ ਹਾਂ ਤੁਸੀਂ ਜਾ ਕੇ 200-300 ਕਿਲੋ ਦਾ ਡੈਡ ਲਿਫਟ ਤੁਸੀਂ ਕਰੋ, ਕਦੇ ਬੰਦੇ ਨੇ ਕਦੇ ਭਾਰ ਹੀ ਨਹੀਂ ਚੱਕਿਆ ਆਪਣੇ ਜੀਵਨ ਦੇ ਵਿੱਚ, ਉਹਦੀ ਤਾਂ ਉਦੋਂ ਹੀ ਉਹਦੀ ਫੂਕ ਨਿਕਲ ਜਾਏਗੀ ਕਿ ਯਾਰ ਮੈਂ ਕਿਵੇਂ ਚੱਕਣਾ। ਅਤੇ ਇਵੇਂ ਹੀ ਆਤਮਿਕ ਪੱਖ 'ਤੇ ਇਹ ਇਸ ਦੇ ਹੀ ਸਮਾਨ ਹੈ। ਜਿਹੜੇ ਬੰਦੇ ਨੇ ਕਦੇ ਟ੍ਰੇਨਿੰਗ ਨਹੀਂ ਕੀਤੀ ਆ,
ਇਹ ਬਹੁਤ ਸਾਲਾਂ ਦਾ ਅਭਿਆਸ ਤੋਂ ਬਾਅਦ ਬੰਦਾ ਕੁਛ ਲਾਗੇ ਹੋ ਸਕਦਾ 25 ਦੇ ਪਾਠ ਦੇ ਸਮਾਨ। ਜੋ 100 ਤੋਂ ਉੱਪਰ ਹੈ ਸਾਧ ਸੰਗਤ ਜੀ, ਉਹ ਤਾਂ ਬ੍ਰਹਮ ਅਵਸਥਾ ਦੀ ਗੱਲ ਹੈ। ਸੋ ਇਸ ਤਰ੍ਹਾਂ ਕੁਝ ਬ੍ਰਹਮ ਗਿਆਨੀਆਂ ਨੇ, ਮਹਾਂਪੁਰਸ਼ਾਂ ਨੇ ਇਸ ਤਰ੍ਹਾਂ ਆਪਣੇ ਰੋਜ਼ ਡੇਲੀ ਨਿਤਨੇਮ, ਕਿਉਂਕਿ ਇਹ ਬ੍ਰਹਮ ਗਿਆਨੀ ਦੀ ਦਾਤ ਦੇਣ ਵਾਲੀ ਹੈ ਜਪਜੀ ਸਾਹਿਬ। ਜਿਹੜੇ ਬੰਦੇ ਨੇ ਜਪਜੀ ਸਾਹਿਬ ਦਾ ਪਾਠ ਕੀਤਾ ਉਹ ਪੂਰੇ ਬ੍ਰਹਿਮੰਡ ਦਾ ਗਿਆਨੀ ਬਣ ਜਾਂਦਾ, ਉਹ ਅੰਤਰਜਾਮੀ ਬਣ ਜਾਂਦਾ। ਉਹਨੂੰ ਪਤਾ ਲੱਗਦਾ ਕਿ ਕਰੋੜਾਂ ਬ੍ਰਹਿਮੰਡਾਂ ਦੇ ਵਿੱਚ ਕੀ ਕੁਝ ਹੁੰਦਾ, ਕਿਉਂਕਿ ਕਹਿੰਦੇ ਆ ਕਿ ਇੱਕ ਬ੍ਰਹਿਮੰਡ ਪਰਮਾਤਮਾ ਦੇ ਰੋਮ ਦੇ ਸਮਾਨ ਹੈ। ਜਿਵੇਂ ਸਾਡਾ ਸਰੀਰ ਹੈ ਅਤੇ ਸਾਡੇ ਸਰੀਰ ਦੇ ਵਿੱਚ ਰੋਮ ਹੈਗੇ ਆ, ਕਹਿੰਦੇ ਪਰਮਾਤਮਾ ਦਾ ਸਰੀਰ ਇੰਨਾ ਵੱਡਾ ਹੈ ਕਿ ਇੱਕ ਰੋਮ ਦੇ ਵਿੱਚ ਬ੍ਰਹਿਮੰਡ ਵਸਦਾ ਹੈ। ਅਤੇ ਕਹਿੰਦੇ ਜਿਹੜੇ ਬ੍ਰਹਮ ਗਿਆਨੀ ਜਪਜੀ ਸਾਹਿਬ ਦਾ ਪਾਠ ਕਰਦਾ ਹੈ ਉਹਨੂੰ ਪੂਰਾ ਬ੍ਰਹਿਮੰਡ ਦਾ ਗਿਆਨ ਆ ਜਾਂਦਾ, ਭਾਵ ਉਹ ਪਰਮਾਤਮਾ ਦਾ ਸਰੀਰ ਦਾ ਗਿਆਨੀ ਬਣ ਜਾਂਦਾ। ਇਤਨੀ ਬਖਸ਼ਿਸ਼ ਹੈ ਸ੍ਰੀ ਜਪਜੀ ਸਾਹਿਬ ਦੇ ਪਾਠ। ਉਹ ਇਹ ਪ੍ਰਧਾਨ ਬਾਣੀ ਇਸ ਕਰਕੇ ਮੰਨੀ ਗਈ, ਸ਼੍ਰੋਮਣੀ ਬਾਣੀ ਇਸ ਕਰਕੇ ਮੰਨੀ ਗਈ। ਸੋ ਇਸ ਤਰ੍ਹਾਂ ਸਤਿਗੁਰੂ ਪਾਤਸ਼ਾਹ ਜੀ ਨੇ ਮਿਹਰ ਕੀਤੀ ਆ ਕਿ ਜੋ ਜਪਜੀ ਸਾਹਿਬ ਦਾ ਪਾਠ ਹੈ ਆਪਾਂ ਅਖੰਡ ਪਾਠ ਸਾਹਿਬ ਦੇ ਵਿੱਚ ਵੀ ਰੱਖਦੇ ਹਾਂ। ਅਖੰਡ ਪਾਠ ਸਾਹਿਬ, ਜਪਜੀ ਸਾਹਿਬ ਤੋਂ ਬਿਨਾਂ ਅਖੰਡ ਪਾਠ ਨਹੀਂ ਹੋ ਸਕਦਾ। ਜੋ ਉਹ ਸਿਰਫ ਪਾਠ ਹੀ ਰਹੇਗਾ। ਜੋ ਅਖੰਡ ਦਾ ਸ਼ਬਦ ਹੈ ਉਹ ਜਪਜੀ ਸਾਹਿਬ ਕਰਕੇ ਹੀ ਬਣਦਾ ਅਖੰਡ। ਜੇ ਪਾਠ ਦੇ ਵਿੱਚ ਕੋਈ ਵਿਘਨ ਪੈ ਜਾਵੇ, ਮੀਨਸ ਕਿ ਜੇ ਪਾਠ ਦੇ ਵਿੱਚ ਕੋਈ ਪਾਠੀ ਤੋਂ ਗਲਤੀ ਬਣ ਜਾਵੇ, ਪਾਠ ਪੜ੍ਹਨ ਵੇਲੇ ਪਾਠ ਦੇ ਵਿੱਚ ਕੋਈ ਗੈਪ ਛੱਡ ਜਾਵੇ, ਕੋਈ ਵਿਘਨ ਆ ਜਾਵੇ, ਉਹ ਜਪਜੀ ਸਾਹਿਬ ਦੇ ਪਾਠ ਕਰਕੇ ਹੀ ਉਹ ਅਖੰਡ ਬਣ ਜਾਂਦਾ। ਉਹਦੀ ਇਤਨੀ ਸ਼ਕਤੀ ਹੈ। Any gaps that are made, Japji Sahib fills in those gaps, makes it seamless, makes it akhand, nirol. ਸੋ ਅਖੰਡ ਪਾਠ ਸਾਹਿਬ ਸਿਰਫ ਜਪਜੀ ਸਾਹਿਬ ਦੇ ਪ੍ਰਕਾਸ਼ ਦੇ ਨਾਲ ਹੀ ਹੋ ਸਕਦੇ। ਜਿਵੇਂ ਸਾਡੇ ਮਹਾਂਪੁਰਸ਼ ਬਾਬਾ ਅਜੀਤ ਸਿੰਘ ਜੀ, ਉਹ ਜਪਜੀ ਸਾਹਿਬ ਦਾ ਰੋਲ ਨਾਲ ਰੱਖਦੇ ਸੀਗੇ ਔਰ ਉਸ ਦੇ ਸਾਥ ਜਾਪ ਸਾਹਿਬ ਵੀ, ਉਹ ਇਵੇਂ ਹੀ ਅਖੰਡ ਪਾਠ ਕਰਦੇ ਸੀ। ਜਪਜੀ ਸਾਹਿਬ ਅਤੇ ਜਾਪ ਸਾਹਿਬ ਦੋਨੋਂ ਪ੍ਰਕਾਸ਼ ਕਰਕੇ ਉਹਨਾਂ ਨੇ ਅਖੰਡ ਪਾਠ ਰੱਖਣਾ। ਆਪਾਂ ਗਏ ਪਟਨਾ ਸਾਹਿਬ ਅਤੇ ਆਪਾਂ ਉਹਨਾਂ ਦੇ ਕਮਰੇ ਵਿੱਚ ਵੀ ਆਪਾਂ ਕੁਝ ਸਮਾਂ ਬਤੀਤ ਕੀਤਾ, ਜਿੱਥੇ ਪਾਠ ਰੱਖਦੇ ਸੀ। ਆਪਣੇ ਕਮਰੇ ਦੇ ਨਾਲ ਹੀ ਰੱਖਦੇ ਸੀ ਪਾਠ, ਕਿ ਪੂਰਾ ਅਖੰਡ ਪਾਠ ਸਾਹਿਬ 48 ਘੰਟੇ ਸਰਵਨ ਕਰਦੇ ਸੀ। ਇਤਨੀ ਉਹਨਾਂ ਦੀ ਬ੍ਰਹਮ ਅਵਸਥਾ ਸੀ। ਉਹ ਨਾਲ ਬੈਠ ਕੇ ਸਰਵਨ ਕਰਦੇ ਸੀ, ਉਹ ਸੌਂਦੇ ਨਹੀਂ ਸੀ। ਫੁੱਲ ਟਾਈਮ ਚੌਂਕੜਾ ਮਾਰ ਕੇ ਬੈਠ ਕੇ ਪੂਰਾ ਪਾਠ ਸਰਵਨ ਕਰਦੇ ਸੀ। ਇਤਨੀ ਮਹਾਂਪੁਰਸ਼ਾਂ ਦੇ ਉੱਤੇ ਕਿਰਪਾ। ਸੋ ਇਸੇ ਤਰ੍ਹਾਂ ਸਾਧ ਸੰਗਤ ਜੀ, ਕੁਝ ਸਿੰਘ ਮੂੰਹ ਦੇ ਵਿੱਚ ਬੁਰਕੀ ਨਹੀਂ ਪਾਉਂਦੇ ਜਪਜੀ ਸਾਹਿਬ ਦਾ ਪਾਠ ਕਰਨ ਤੋਂ ਬਿਨਾਂ। ਆਪਾਂ ਕੁਝ ਟਕਸਾਲ ਦੇ ਸਿੰਘਾਂ ਦੇ ਨਾਲ ਰਹੇ ਹੋਏ ਹਾਂ ਅਤੇ ਉਹਨਾਂ ਦੀ ਇਹ ਨਿੱਤਾ ਪ੍ਰਤੀ ਆਪਾਂ ਦੇਖੀ ਰਹਿਤ ਕਿ ਜਪਜੀ ਸਾਹਿਬ ਦਾ ਸੰਪੂਰਨ ਪਾਠ ਕਰਕੇ ਤਾਂ ਫੇਰ ਹੀ ਆਪਣੇ ਮੂੰਹ ਦੇ ਵਿੱਚ ਬੁਰਕੀ ਪਾਉਂਦੇ ਆ। ਜਪਜੀ ਸਾਹਿਬ ਦਾ ਪਾਠ ਕਰਨ ਤੋਂ ਬਿਨਾਂ ਕੁਝ ਭੋਜਨ ਨਹੀਂ ਛਕਦੇ, ਨਾ ਪਾਣੀ ਦਾ ਗਲਾਸ ਭਰਨਾ, ਨਾ ਪਾਣੀ ਦਾ ਗਲਾਸ ਪੀਣਾ। ਸੋ ਇਸ ਤਰ੍ਹਾਂ ਦੀ ਰੋਜ਼ਾ, ਠੀਕ ਆ, ਇਹ ਹੈ ਅਸਲ ਬਰਤ, ਠੀਕ ਆ। ਨਾ ਕਿ ਬਰਤ ਜਿਵੇਂ ਸਾਡੇ ਮੁਸਲਮਾਨ ਵੀਰ ਰੱਖਦੇ ਆ ਕਿ ਕੁਝ ਘੰਟਿਆਂ ਵਾਸਤੇ ਲਈ ਕੁਝ ਖਾਣਾ ਨਹੀਂ, ਤਾਂ ਫਿਰ ਰਾਤ ਦਾ ਸਮਾਂ ਆ ਗਿਆ ਤਾਂ ਫਿਰ ਪੂਰਾ ਫਰਿੱਜ ਹੀ ਖਾਲੀ ਕਰ ਦੇਣਾ। ਇਹ ਬਰਤ ਨਹੀਂ ਹੈ। ਇਹ ਹੈ ਅਸਲ ਬਰਤ, ਕਿ ਗੁਰੂ ਸਾਹਿਬ ਵਾਸਤੇ ਲਈ ਇਤਨੀ ਸ਼ਰਧਾ ਭਾਵਨਾ ਰੱਖਣੀ ਕਿ ਮੂੰਹ ਦੇ ਵਿੱਚ ਬੁਰਕੀ ਨਹੀਂ ਪਾਉਣੀ ਜਪਜੀ ਸਾਹਿਬ ਦਾ ਪਾਠ ਕਰਨ ਤੋਂ ਬਿਨਾਂ। ਇਹ ਹੈ ਬਰਤ। ਸੋ ਇੱਦਾਂ ਦੇ ਬਰਤ ਪ੍ਰਵਾਨ ਹੈ ਗੁਰਸਿੱਖੀ ਦੇ ਵਿੱਚ, ਕਿ ਪਹਿਲਾਂ ਗੁਰਮੁਖ ਨੂੰ, ਗੁਰੂ ਜੀ ਨੂੰ ਸਨਮੁਖ ਰੱਖਣਾ ਆ, ਫਿਰ ਦੁਨਿਆਵੀ ਕਿਰਿਆ ਉਸ ਤੋਂ ਬਾਅਦ, ਪਰ ਸਭ ਤੋਂ ਪਹਿਲਾਂ ਜੋ ਗੁਰੂ ਸਾਹਿਬ ਹੈ ਉਹਨਾਂ ਨੂੰ ਸਨਮੁਖ ਰੱਖਣਾ। ਸੋ ਇਸੇ ਤਰ੍ਹਾਂ ਸਾਧ ਸੰਗਤ ਜੀ, ਜੋ ਕੁਰੈਤਾਂ ਹੈ, ਹੁਣ 5 ਕਕਾਰ ਦੇ ਆਪਾਂ ਰਹਿਤ ਰੱਖਦੇ ਹਾਂ। ਕਈ ਵਾਰੀ ਕੀ ਹੋ ਜਾਂਦਾ ਸਾਧ ਸੰਗਤ ਜੀ, ਕਿ ਸਾਡੇ ਜੋ ਕਕਾਰ ਨੇ, ਚਲੋ 2 ਕਕਾਰ ਤਾਂ ਸਪਸ਼ਟ ਹੈ, ਜੋ ਕੇਸ ਅਤੇ ਜੋ ਕਛਹਿਰਾ ਹੈ। ਇਹ 2 ਕਕਾਰਾਂ ਜੇ ਕਦੇ ਬੰਦਾ ਇਸ ਤੋਂ ਦੂਰ ਹੋ ਜਾਵੇ, ਕੇਸਾਂ ਤੋਂ, ਜੇ ਕਛਹਿਰੇ ਤੋਂ, ਤਾਂ ਫਿਰ 5 ਪਿਆਰਿਆਂ ਦੇ ਸਾਹਮਣੇ ਜਾ ਕੇ ਪੇਸ਼ ਕਰਨਾ ਪੈਂਦਾ। ਜੇ ਕਿਰਪਾਨ, ਕੜਾ ਅਤੇ ਕੰਘਾ, ਇਹ ਤਿੰਨਾਂ ਦੀ ਰਹਿਤ ਟੁੱਟ ਜਾਵੇ, ਫਿਰ ਕੀ ਕਰੀਦਾ ਸਾਧ ਸੰਗਤ ਜੀ, ਬੇਗਾਨੇ ਸਿੰਘ ਨੂੰ ਬੇਨਤੀ ਕਰਕੇ ਅਤੇ ਉਹਨਾਂ ਤੋਂ ਅਰਦਾਸ ਕਰਵਾਈ ਦਿੱਤਾ। ਸਭ ਤੋਂ ਪਹਿਲਾਂ ਜਪਜੀ ਸਾਹਿਬ ਦਾ ਸੰਪੂਰਨ ਪਾਠ ਕਰਨਾ ਹੈ। ਇਹ ਮਹਾਂਪੁਰਸ਼ਾਂ ਨੇ ਸਾਨੂੰ ਦੱਸਿਆ ਹੈ
ਕਿ ਜੇ ਤਿੰਨ ਕਕਾਰਾਂ ਦੀ ਕਦੇ ਰਹਿਤ ਟੁੱਟ ਜਾਵੇ ਤੇ ਸਭ ਤੋਂ ਪਹਿਲਾਂ ਜਪਜੀ ਸਾਹਿਬ ਦਾ ਸੰਪੂਰਨ ਪਾਠ ਕਰਕੇ ਫਿਰ ਕੋਸ਼ਿਸ਼ ਕਰਨੀ, ਜੇ ਤੁਹਾਨੂੰ ਹੋਰ ਕੋਈ ਦੂਸਰਾ ਸਿੰਘ ਮਿਲਦਾ ਆ ਤੇ ਉਹਨਾਂ ਤੋਂ ਤੁਸੀਂ ਅਰਦਾਸ ਕਰਵਾਓ। ਜੇ ਹੋਰ ਕੋਈ ਸਿੰਘ ਨਾ ਹੋਵੇ ਤਾਂ ਆਪ ਵੀ ਅਰਦਾਸ ਕਰਨੀ ਤਾਂ ਉਹ ਚੱਲਦਾ ਹੈ, ਉਹ ਵੀ ਠੀਕ ਆ, ਪਰ ਕੋਸ਼ਿਸ਼ ਕਰਨੀ ਹੈ ਕਿ ਦੂਸਰੇ ਬੰਦੇ ਤੋਂ ਅਰਦਾਸ ਕਰਨੀ, ਕਿਉਂਕਿ ਜਿਵੇਂ ਆਪਾਂ 5 ਸਿੰਘਾਂ ਦੇ ਸਾਹਮਣੇ ਜਾ ਕੇ ਪੇਸ਼ ਕਰਦੇ ਹਾਂ ਤੇ ਉਹਨਾਂ ਤੋਂ ਹੀ ਆਪਾਂ ਅਰਦਾਸ ਕਰਦੇ ਹਾਂ। ਉਹਨਾਂ ਨੂੰ ਇਸ ਸਮੇਂ ਜੋ ਦੂਸਰਾ ਸਿੰਘ ਹੈਗਾ ਉਹਨੂੰ 5 ਸਿੰਘਾਂ ਦੇ ਰੂਪ ਦੇ ਵਿੱਚ ਸਮਝ ਕੇ ਤਾਂ ਉਹਨਾਂ ਤੋਂ ਅਰਦਾਸ ਕਰਵਾਉਣੀ ਹੈ। ਸੋ ਇਸ ਤਰ੍ਹਾਂ ਜਪਜੀ ਸਾਹਿਬ ਦੀ ਬਹੁਤ ਸਾਰੀ ਵੱਡੀ ਮਹਿਮਾ ਹੈ।